कंचन आउटलुक। ਸ਼ਲੋਕ ਮਹਿਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸ਼ਰਾ, ਅੱਖੀਂ ਤਾਰ ਲਗਨ, ਗੁਰ ਤੁਠੈ ਸੱਜਣ ਮੇਲਿਆ, ਜਨ ਨਾਨਕ ਸੁਖ ਸਵੰਨ। ਸੁਣ ਸਾਜਨ ਪ੍ਰੇਮ ਸੰਦੇਸ਼ਰਾ, ਸੱਜਣ ਪ੍ਰਭੂ ਦਾ ਪਿਆਰ ਭਰਿਆ ਸੁਨੇਹਾ ਸੁਣ ਕੇ ਅੱਖੀਂ ਤਾਰ ਲਗਨ, ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਦੀਦਾਰ ਦੀ ਤਾਂਘ ਲੱਗ ਜਾਂਦੀ ਹੈ। ਗੁਰ ਤੁਠੈ ਸੱਜਣ ਮੇਲਿਆ, हे ਨਾਨਕ ਗੁਰੂ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਸੱਜਣ ਮਿਲਾਇਆ ਹੈ। ਜਨ ਨਾਨਕ ਸੁਖ ਸਵੰਨ, ਤੇ ਉਹ ਸੁੱਖ ਵਿੱਚ ਟਿਕੇ ਰਹਿੰਦੇ ਹਨ। ਇੱਕ ਇਨਸਾਨ ਆਪਣਾ ਜੀਵਨ ਬਤੀਤ ਕਰ ਰਿਹਾ ਹੈ, ਉਹਦੇ ਮਨ ਵਿੱਚ ਦੂਰ ਦੂਰ ਤੱਕ ਵੀ ਪ੍ਰਮਾਤਮਾ ਦਾ ਕੋਈ ਖਿਆਲ ਨਹੀਂ ਹੈ, ਜਾਂ ਤੇ ਇਹ ਕਹਿ ਲਈਏ ਕਿ ਉਹ ਆਪਣੇ ਆਪ ਨੂੰ ਨਾਸਤਿਕ ਸਮਝਦਾ ਹੈ, ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ। ਉਹ ਮੰਨਦਾ ਨਹੀਂ ਕਿ ਪ੍ਰਮਾਤਮਾ ਨਾਂ ਦੀ ਕੋਈ ਹਸਤੀ ਹੈ। ਪਰ ਫਿਰ ਇੱਕ ਦਿਨ ਉਹਦੇ ਅੰਦਰ ਇਹ ਸੱਚਾਈ ਘਰ ਕਰ ਜਾਂਦੀ ਹੈ ਕਿ ਪ੍ਰਮਾਤਮਾ ਨਾਮ ਦੀ ਹਸਤੀ ਹੈ। ਉਸ ਸੱਚਾਈ ਦਾ ਅੰਦਰ ਘਰ ਕਰ ਜਾਣਾ, ਪ੍ਰਮਾਤਮਾ ਦੀ ਹੋਂਦ ਨੂੰ ਮੰਨਣ ਦੀ ਹਲਕੀ ਜਿਹੀ ਚਿੰਗਾਰੀ ਸਾਡੇ ਅੰਦਰ ਬਲ ਪੈਣੀ, ਉਹ ਉਸ ਸੱਜਣ ਪ੍ਰਭੂ ਦਾ ਪਿਆਰ ਭਰਿਆ ਸੁਨੇਹਾ ਹੁੰਦਾ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਦੋ ਵਿਕਲਪ ਬਚਦੇ ਹਨ। ਇੱਕ ਤੇ ਇਹ ਹੈ ਕਿ ਤੁਸੀਂ ਆਪਣੇ ਮਨਮੁਖ ਮਨ ਨੂੰ ਮੂਹਰੇ ਲੈ ਆਵੋ ਤੇ ਉਹ ਜੋ ਚਿੰਗਾਰੀ ਬਲਣ ਲੱਗੀ ਸੀ ਉਹਨੂੰ ਥਾਂਏ ਹੀ ਬੁਝਾ ਦੇਵੋ ਕਿ ਨਹੀਂ, ਪ੍ਰਮਾਤਮਾ ਨਾਂ ਦੀ ਕੋਈ ਹਸਤੀ ਹੋ ਹੀ ਨਹੀਂ ਸਕਦੀ। ਤੇ ਦੂਜਾ ਵਿਕਲਪ ਇਹ ਹੈ ਕਿ ਉਸ ਗੱਲ ਨੂੰ ਮੰਨ ਕੇ ਤੁਸੀਂ ਪ੍ਰਸੰਨ ਹੋ ਜਾਓ ਤੇ ਉਡੀਕ ਕਰੋ ਕਿ ਮੇਰੀ ਪ੍ਰਮਾਤਮਾ ਦੇ ਨਾਲ ਸਾਂਝ ਬਣ ਜਾਏ, ਮੈਨੂੰ ਪ੍ਰਮਾਤਮਾ ਦਾ ਦੀਦਾਰ ਹੋ ਜਾਏ। ਜੇਕਰ ਤੁਸੀਂ ਦੂਸਰਾ ਵਿਕਲਪ ਚੁਣਦੇ ਹੋ ਤੇ ਪ੍ਰਮਾਤਮਾ ਆਪ ਤੁਹਾਡੇ ਲਈ ਰਸਤੇ ਤਿਆਰ ਕਰੇਗਾ, ਤੁਹਾਨੂੰ ਗੁਰੂ ਮਿਲੇਗਾ, ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰੋਗੇ ਤੇ ਤੁਸੀਂ ਪ੍ਰਮਾਤਮਾ ਨੂੰ ਜਾਣ ਜਾਓਗੇ, ਉਸ ਪ੍ਰਭੂ ਦੇ ਨਾਲ ਆਪਣੀ ਸਾਂਝ ਬਣਾ ਲਵੋਗੇ। ਨਹੀਂ ਤੇ ਫਿਰ ਮਨਮੁਖਤਾ ਵਾਲਾ ਜੀਵਨ ਤੇ ਚੱਲ ਹੀ ਰਿਹਾ ਸੀ, ਉਹ ਅੱਗੇ ਵੀ ਨਿਰੰਤਰ ਚੱਲਦਾ ਰਹੇਗਾ। ਮਹਿਲਾ ਚੌਥਾ। ਸਤਿਗੁਰ ਦਾਤਾ ਦਇਆਲ ਹੈ, ਜਿਸਨੋ ਦਇਆ ਸਦਾ ਹੋਏ। ਦਾਤਾਂ ਬਖਸ਼ਣ ਵਾਲਾ ਸਤਿਗੁਰੂ ਸਦਾ ਹੀ ਦਇਆਲ ਹੈ, ਦਇਆ ਦਾ ਘਰ ਹੈ, ਉਹਦੇ ਹਿਰਦੇ ਵਿੱਚ ਸਦਾ ਦਇਆ ਹੀ ਦਇਆ ਹੈ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਜੋ ਸੱਚਾ ਸਤਿਗੁਰੂ ਹੈ ਉਹ ਅੰਦਰੋਂ ਨਿਰਵੈਰ ਹੈ। ਕਈ ਵਾਰ ਹੁੰਦਾ ਹੈ ਕਿ ਮਨੁੱਖ ਅੰਦਰੋਂ ਕੁਝ ਹੋਰ ਹੁੰਦਾ ਹੈ, ਬਾਹਰ ਆਪਣੇ ਆਪ ਦਾ ਕੋਈ ਹੋਰ ਰੂਪ ਦਿਖਾਉਂਦਾ ਹੈ, ਪਰ ਜੋ ਸੱਚਾ ਸਤਿਗੁਰੂ ਹੈ ਉਹ ਅੰਦਰੋਂ ਨਿਰਵੈਰ ਹੈ। ਕਾਰਨ ਇਹ ਹੈ ਕਿ ਉਹਨੂੰ ਸਭਨਾਂ ਦੇ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ। ਸਭ ਦੇਖੈ ਬ੍ਰਹਮ ਇੱਕ ਸੋਈ। ਸਭਨਾਂ ਦੇ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ, ਤਾਂ ਉਹ ਵੈਰ ਕਰੇ ਤਾਂ ਕਿਸ ਨਾਲ ਕਰੇ। ਜਾਂ ਤੇ ਕੋਈ ਅਜਿਹਾ ਉਹਨੂੰ ਮਿਲ ਜਾਏ ਜਿਸ ਦੇ ਅੰਦਰ ਪ੍ਰਮਾਤਮਾ ਦੀ ਜੋਤ ਨਾ ਹੋਏ, ਤਾਂ ਸ਼ਾਇਦ ਉਹਦੇ ਨਾਲ ਉਹ ਵੈਰ ਕਰ ਲਵੇ। ਪਰ ਕਿਉਂਕਿ ਸ੍ਰਿਸ਼ਟੀ ਦੇ ਸਾਰੇ ਹੀ ਜੀਵਾਂ ਦੇ ਵਿੱਚ ਉਸ ਪ੍ਰਮਾਤਮਾ ਦੀ ਜੋਤ ਹੈ, ਸਤਿਗੁਰੂ ਕਿਸੇ ਦੇ ਨਾਲ ਵੈਰ ਕਰ ਨਹੀਂ ਸਕਦਾ, ਉਹ ਅੰਦਰੋਂ ਹੀ ਨਿਰਵੈਰ ਹੈ, ਸਭਨਾਂ ਦੇ ਲਈ ਹੀ ਦਇਆ ਦਾ ਸਰੋਤ ਹੈ। ਨਿਰਵੈਰਾਂ ਨਾਲ ਜੇ ਵੈਰ ਚਲਾਈਂਦੇ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਈ। ਜਿਹੜੇ ਲੋਕ ਨਿਰਵੈਰਾਂ ਦੇ ਨਾਲ ਵੈਰ ਕਮਾਉਂਦੇ ਹਨ ਜਾਂ ਨਿਰਵੈਰ ਸਤਿਗੁਰੂ ਦੇ ਨਾਲ ਵੀ ਵੈਰ ਕਮਾਉਂਦੇ ਹਨ, ਉਹਨਾਂ 'ਚੋਂ ਕੋਈ ਵੀ ਸ਼ਾਂਤ ਚਿੱਤ ਨਹੀਂ ਹੈ। ਤਿਸ਼ਟਿਆ ਤੋਂ ਭਾਵ ਸ਼ਾਂਤ ਚਿੱਤ ਹੋਣਾ। ਕੋਈ ਵੀ ਤਿਸ਼ਟਿਆ ਨਹੀਂ ਹੈ, ਸ਼ਾਂਤ ਚਿੱਤ ਨਹੀਂ ਹੈ। ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ। ਇੰਨਾ ਸਭ ਕੁਝ ਕਰਨ ਤੋਂ ਬਾਅਦ ਵੀ ਕੀ ਤਸੀਹੇ ਕਰਨ ਵਾਲੇ ਸ਼ਾਂਤ ਚਿੱਤ ਹੋਏ? ਸਤਿਗੁਰੂ ਦੇ ਨਾਲ ਉਹਨਾਂ ਨੇ ਵੈਰ ਕਮਾਇਆ, ਪਰ ਕੀ ਉਹ ਸ਼ਾਂਤ ਚਿੱਤ ਹੋਏ? ਇਤਿਹਾਸ ਦੱਸਦਾ ਹੈ ਕਿ ਉਹ ਨਹੀਂ ਹੋਈ। ਇੱਕ ਵੱਡਾ ਕਾਰਨ ਇਹ ਸੀ ਕਿ ਜਿਸ ਮਕਸਦ ਨੂੰ ਲੈ ਕੇ ਉਹਨਾਂ ਨੇ ਗੁਰੂ ਸਾਹਿਬਾਨ ਨੂੰ ਤੇ ਹੋਰ ਸਿੰਘਾਂ ਨੂੰ ਸ਼ਹੀਦ ਕੀਤਾ, ਉਹ ਮਕਸਦ ਉਹਨਾਂ ਦਾ ਪੂਰਾ ਨਹੀਂ ਹੋਇਆ। ਉਹ ਜੋ ਸਿੱਖ ਸਨ,
ਆਪਣੇ ਆਖਰੀ ਸਾਹ ਤੱਕ ਵੀ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਸਨ, ਵਾਹਿਗੁਰੂ ਵਾਹਿਗੁਰੂ ਕਰ ਰਹੇ ਸਨ। ਉਹਨਾਂ ਦੇ ਚਿਹਰਿਆਂ ਦੇ ਉੱਪਰ ਡਰ ਦਾ ਨਿਸ਼ਾਨ ਤੱਕ ਨਹੀਂ ਸੀ, ਤੇ ਇਹ ਗੱਲ ਤਸੀਹੇ ਕਰਨ ਵਾਲਿਆਂ ਦੀ ਹਉਮੈ ਨੂੰ ਚੁਭਦੀ ਸੀ। ਉਹਨਾਂ ਦੇ ਸਰੀਰ ਨੂੰ ਜ਼ਖਮੀ ਕਰ ਪਾ ਰਹੇ ਸੀ, ਉਹਨਾਂ ਦੀ ਆਤਮਾ ਨੂੰ ਨਹੀਂ ਛੋਹ ਪਾ ਰਹੇ ਸੀ, ਆਤਮਾ ਨੂੰ ਜ਼ਖਮੀ ਨਹੀਂ ਕਰ ਪਾ ਰਹੇ ਸੀ। ਸਰੀਰ ਜ਼ਖਮੀ ਹੋਣ ਤੇ ਵੀ ਆਤਮਾ ਅੰਦਰੋਂ ਪ੍ਰਸੰਨ ਸੀ, ਤੇ ਇਹ ਗੱਲ ਤਸੀਹੇ ਕਰਨ ਵਾਲਿਆਂ ਦੀ ਹਉਮੈ ਦੇ ਲਈ ਬਹੁਤ ਵੱਡੀ ਚੋਟ ਸੀ। ਇਹ ਕਾਰਨ ਸੀ ਕਿ ਉਹ ਤਸੀਹੇ ਕਰਨ ਦੇ ਬਾਵਜੂਦ, ਸਤਿਗੁਰੂਆਂ ਦੇ ਨਾਲ ਵੈਰ ਕਮਾਉਣ ਦੇ ਬਾਵਜੂਦ, ਉਹਨਾਂ ਨੂੰ ਖਤਮ ਕਰ ਦੇਣ ਦੇ ਬਾਵਜੂਦ ਸ਼ਾਂਤ ਚਿੱਤ ਨਹੀਂ ਹੋ ਸਕੇ। ਸੋ ਨਿਰਵੈਰਾਂ ਨਾਲ ਜੇ ਵੈਰ ਚਲਾਈਂਦੇ, ਤਿਨ ਵਿੱਚੋਂ ਤਿਸ਼ਟਿਆ ਨਾ ਕੋਈ। ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਤਾਂ ਸਭਨਾਂ ਦਾ ਭਲਾ ਹੀ ਮੰਗਦਾ ਹੈ, ਕਿਸੇ ਦਾ ਬੁਰਾ ਨਹੀਂ ਚਾਹੁੰਦਾ, ਤਾਂ ਸਤਿਗੁਰੂ ਦਾ ਬੁਰਾ ਕਿਵੇਂ ਹੋ ਸਕਦਾ ਹੈ। ਹੁਣ ਜੇ ਦੁਨਿਆਵੀ ਨਜ਼ਰ ਤੋਂ, ਸਰੀਰਕ ਪੱਖ ਤੋਂ ਵੇਖੀਏ ਤਾਂ ਗੁਰੂ ਸਾਹਿਬਾਨ ਦਾ ਬਹੁਤ ਬੁਰਾ ਹੋਇਆ। ਉਹਨਾਂ ਦਾ ਸਾਰਾ ਪਰਿਵਾਰ ਵਾਰਿਆ ਗਿਆ, ਉਹਨਾਂ ਨੂੰ ਇੰਨੇ ਤਸੀਹੇ ਝੱਲਣੇ ਪਏ, ਉਹਨਾਂ ਦੀਆਂ ਫੌਜਾਂ ਨੂੰ ਵੀ ਤਸੀਹੇ ਝੱਲਣੇ ਪਏ, ਹੋਰ ਅਨੇਕਾਂ ਹੀ ਸਿੱਖ ਜਿਹੜੇ ਸ਼ਹੀਦ ਹੋ ਗਏ, ਇੰਨੇ ਤਸੀਹੇ ਝੱਲਣੇ ਪਏ। ਬੁਰਾ ਹੀ ਹੋਇਆ। ਪਰ ਸਿਰਫ ਸਰੀਰਕ ਪੱਖ ਤੋਂ ਜਾਂ ਦੁਨਿਆਵੀ ਦ੍ਰਿਸ਼ਟੀ ਤੋਂ, ਜੇ ਆਤਮਿਕ ਪੱਖ ਤੋਂ ਵੇਖੀਏ ਤਾਂ ਗੁਰੂ ਸਾਹਿਬਾਨ ਨੂੰ ਕੁਝ ਵੀ ਬੁਰਾ ਨਹੀਂ ਲੱਗਿਆ। ਬੁਰਾ ਲੱਗਦਾ ਤੇ ਝੂਰਦੇ, ਰੋਂਦੇ, ਪਰ ਬੁਰਾ ਨਹੀਂ ਲੱਗਿਆ, ਕਿਉਂਕਿ ਉਹਨਾਂ ਦੇ ਲਈ ਤੇ ਸਭ ਪਰਮਾਤਮਾ ਦੀ ਰਜ਼ਾ ਹੀ ਸੀ। ਉਹਨਾਂ ਦੇ ਲਈ ਤੇ ਉਸ ਪਰਮਾਤਮਾ ਵੱਲੋਂ ਬਖਸ਼ਿਆ ਹੋਇਆ ਸਭ ਕੁਝ ਚੰਗਾ ਹੀ ਚੰਗਾ ਸੀ। ਇਹ ਕਹਿ ਲਈਏ ਕਿ ਬੁਰਾ ਤੇ ਉਹਨਾਂ ਦੇ ਸ਼ਬਦ ਕੋਸ਼ ਦੇ ਵਿੱਚ ਹੈ ਹੀ ਨਹੀਂ ਸੀ। ਸੋ ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜਿਹਾ ਕੋ ਇੱਛਦਾ, ਤੇਹਾ ਫਲ ਪਾਏ ਕੋਈ। ਜਿਸ ਭਾਵਨਾ ਦੇ ਨਾਲ ਕੋਈ ਜੀਵ ਸਤਿਗੁਰੂ ਪਾਸ ਜਾਂਦਾ ਹੈ, ਉਸ ਨੂੰ ਉਹ ਜਿਹਾ ਫਲ ਮਿਲ ਜਾਂਦਾ ਹੈ। ਭਾਵਨਾ ਮਹੱਤਵਪੂਰਨ ਹੈ। ਸਤਿਗੁਰੂ ਦੇ ਪਾਸ ਤੁਸੀਂ ਕੋਈ ਮੰਗ ਲੈ ਕੇ ਜਾਂਦੇ ਹੋ ਤਾਂ ਉਹਦੇ ਪਿੱਛੇ ਤੁਹਾਡੀ ਭਾਵਨਾ ਕੀ ਹੈ, ਇਹ ਮਹੱਤਵਪੂਰਨ ਹੈ। ਤੁਹਾਡੀ ਉਸ ਭਾਵਨਾ ਦੀ ਤ੍ਰਿਪਤੀ ਹੋਏਗੀ। ਤੁਹਾਡੀ ਮੰਗ ਖਾਸ ਤੌਰ ਤੇ ਪੂਰੀ ਹੋਏ ਜਾਂ ਨਾ ਹੋਏ, ਪਰ ਤੁਹਾਡੀ ਉਸ ਭਾਵਨਾ ਦੀ ਤ੍ਰਿਪਤੀ ਜ਼ਰੂਰ ਹੋਏਗੀ। ਸੋ ਜਿਹੋ ਜਿਹੀ ਭਾਵਨਾ ਅਸੀਂ ਸਤਿਗੁਰੂ ਦੇ ਪਾਸ ਲੈ ਕੇ ਜਾਂਦੇ ਹਾਂ, ਉਹ ਜਿਹਾ ਫਲ ਸਾਨੂੰ ਮਿਲ ਜਾਂਦਾ ਹੈ। ਨਾਨਕ ਕਰਤਾ ਸਭ ਕਿਛ ਜਾਣਦਾ, ਜਿਤੂ ਕਿਛ ਗੁੱਝਾ ਨਾ ਹੋਈ। ਕਿਉਂਕਿ हे ਨਾਨਕ, ਰਚਨਹਾਰ ਪ੍ਰਭੂ ਪਾਸੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ। ਉਹ ਅੰਦਰਲੀ ਬਾਹਰਲੀ ਸਭ ਜਾਣਦਾ ਹੈ। ਜੇਕਰ ਅਸੀਂ ਕੋਈ ਲਾਲਚ ਦੇ ਭਾਵ ਲੈ ਕੇ ਗੁਰੂ ਦੇ ਪਾਸ ਜਾ ਰਹੇ ਹਾਂ ਤੇ ਕੋਈ ਮੰਗ ਰਹੇ ਹਾਂ, ਤਾਂ ਸਾਡੀ ਉਸ ਭਾਵਨਾ ਦੀ ਤ੍ਰਿਪਤੀ ਵੀ ਉਸ ਪ੍ਰਕਾਰ ਦੀ ਹੋਏਗੀ ਜਿਵੇਂ ਲਾਲਚ ਇੱਕ ਨਾ ਪੱਖੀ ਭਾਵਨਾ ਹੈ, ਉਹਦੀ ਤ੍ਰਿਪਤੀ ਵੀ ਨਾ ਪੱਖੀ ਹੀ ਹੋਏਗੀ। ਜੇ ਅਸੀਂ ਦਇਆ ਦਾ ਭਾਵ ਲੈ ਕੇ ਗੁਰੂ ਪਾਸ ਜਾ ਰਹੇ ਹਾਂ ਕੋਈ ਮੰਗ ਲੈ ਕੇ, ਤਾਂ ਉਹਦੀ ਤ੍ਰਿਪਤੀ ਵੀ ਦਇਆ ਵਰਗੀ ਹਾਂ ਪੱਖੀ ਹੋਏਗੀ। ਕਿਉਂਕਿ ਉੱਪਰੋਂ ਅਸੀਂ ਜੋ ਮਰਜ਼ੀ ਦਿਖਾਈ ਚੱਲੀਏ, ਜੋ ਸਾਡੇ ਅੰਦਰ ਚੱਲ ਰਿਹਾ ਹੈ ਪ੍ਰਮਾਤਮਾ ਉਹ ਜਾਣਦਾ ਹੈ, ਤੇ ਸਾਨੂੰ ਜੋ ਵੀ ਬਖਸ਼ਣਾ ਹੈ ਉਸ ਪ੍ਰਮਾਤਮਾ ਨੇ ਹੀ ਬਖਸ਼ਣਾ ਹੈ। ਸੋ ਉਹ ਤੇ ਜੋ ਸਾਡੇ ਅੰਦਰ ਚੱਲਦਾ ਹੈ ਉਹਦੇ ਮੁਤਾਬਕ ਹੀ ਬਖਸ਼ੇਗਾ। ਉਹਨੂੰ ਨਹੀਂ ਪਤਾ ਕਿ ਤੁਸੀਂ ਆਪਣੇ ਮੁਖ ਤੋਂ ਕੀ ਕਰ ਰਹੇ ਹੋ, ਤੁਸੀਂ ਦਿਖਾ ਕੀ ਰਹੇ ਹੋ। ਉਹਨੇ ਤੇ ਤੁਹਾਡੇ ਅੰਦਰ ਝਾਕਣਾ ਤੇ ਦੇਖਣਾ ਕਿ ਅੰਦਰ ਕਿਸ ਪ੍ਰਕਾਰ ਦੇ ਭਾਵ ਹਨ, ਉਸੇ ਪ੍ਰਕਾਰ ਦਾ ਹੀ ਫਲ ਤੁਹਾਨੂੰ ਬਖਸ਼ ਦੇਗਾ। ਪੌੜੀ। ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ, ਸੋ ਸਾਹਿਬ ਮਨ ਭਾਣੀ। ਜਿਸ ਜੀਵ ਇਸਤਰੀ ਨੂੰ ਮਾਲਕ ਪ੍ਰਭੂ ਵੱਡਾ ਕਰੇ, ਵਡਿਆਈ ਕਰੇ, ਉਹੀ ਅਸਲ ਵੱਡੀ ਸਮਝਣੀ ਚਾਹੀਦੀ ਹੈ। ਜਿਸ ਨੂੰ ਚਾਹੇ ਪ੍ਰਭੂ ਮਾਲਕ ਬਖਸ਼ ਲੈਂਦਾ ਹੈ ਤੇ ਉਹ ਸਾਹਿਬ ਦੇ ਮਨ ਵਿੱਚ ਪਿਆਰੀ ਲੱਗਦੀ ਹੈ। ਇਹ ਗੱਲ ਹੋਰ ਸਪਸ਼ਟ ਹੋ ਜਾਏਗੀ ਜਦੋਂ ਅਸੀਂ ਅਗਲੀ ਪੰਕਤੀ ਪੜ੍ਹਾਂਗੇ ਕਿ ਜੇਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੇ। ਜੇਕਰ ਕੋਈ ਉਸ ਜੀਵ ਇਸਤਰੀ ਦੀ ਰੀਸ ਕਰਦੀ ਹੈ ਤਾਂ ਉਹ ਜੀਵ ਇਸਤਰੀ ਮੂਰਖ ਤੇ ਅਣਜਾਣ ਹੈ।
ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਗੁਰਬਾਣੀ ਦੇ ਵਿੱਚ ਮਨ ਦੀ ਗੱਲ ਹੋ ਰਹੀ ਹੈ, ਸਰੀਰ ਦੀ ਨਹੀਂ। ਸੋ ਜਿਸ ਦੇ ਮਨ ਅੰਦਰ ਉਸ ਪ੍ਰਮਾਤਮਾ ਨੇ ਵਡਿਆਈ ਭਰੀ, ਜਿਸ ਦੇ ਮਨ ਅੰਦਰ ਉਸ ਪ੍ਰਮਾਤਮਾ ਨੇ ਚੰਗਿਆਈ ਭਰੀ, ਉਹ ਉਸ ਪ੍ਰਕਾਰ ਦੇ ਕਾਰਜ ਕਰੇਗੀ, ਚੰਗੇ ਕਾਰਜ ਕਰੇਗੀ ਤੇ ਪ੍ਰਮਾਤਮਾ ਨੂੰ ਚੰਗੀ ਲੱਗੇਗੀ। ਪਰ ਹੁਣ ਉਹਨੂੰ ਚੰਗੇ ਕਾਰਜ ਕਰਦੀ ਨੂੰ ਵੇਖ ਕੇ ਰੀਸ ਵਜੋਂ ਜੇਕਰ ਕੋਈ ਦੂਸਰੀ ਜੀਵ ਇਸਤਰੀ ਉਹਦੇ ਵਰਗੇ ਕੰਮ ਕਰਨ ਲੱਗੇ, ਪਰ ਮਨ ਦੇ ਅੰਦਰ ਉਹਦੇ ਵਰਗਾ ਭਾਵ ਨਾ ਹੋਵੇ, ਸਰੀਰਕ ਤੌਰ ਤੇ ਉਹ ਕਾਰਜ ਕਰ ਰਹੀ ਹੈ ਜੋ ਦੂਸਰੇ ਵਾਲੀ ਇਸਤਰੀ ਕਰਦੀ ਹੈ, ਪਰ ਮਨ ਦੇ ਅੰਦਰ ਬਹੁਤ ਫਰਕ ਹੈ। ਦੋਨਾਂ ਦੀ ਮਾਨਸਿਕਤਾ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇਹ ਗੱਲ ਸਿਰਫ ਇਸਤਰੀ ਤੇ ਲਾਗੂ ਨਹੀਂ ਹੁੰਦੀ। ਇਸ ਪੌੜੀ ਦੀਆਂ ਜੋ ਪੰਕਤੀਆਂ ਹਨ ਉਹ ਇਸਤਰੀ ਭਾਵ ਦੇ ਵਿੱਚ ਲਿਖੀਆਂ ਹਨ, ਇਸ ਲਈ ਇਸਤਰੀ ਸ਼ਬਦ ਵਰਤ ਰਹੇ ਹਾਂ। ਹਰ ਇਨਸਾਨ ਤੇ ਲਾਗੂ ਹੁੰਦੀ ਹੈ। ਜਿਸ ਇਨਸਾਨ ਦੇ ਅੰਦਰ ਪ੍ਰਮਾਤਮਾ ਨੇ ਚੰਗਿਆਈ ਬਖਸ਼ੀ ਹੈ, ਉਸ ਚੰਗਿਆਈ ਦੇ ਚੱਲਦੇ ਆਪਣੇ ਅੰਦਰ ਚੰਗਿਆਈ ਹੋਣ ਕਰਕੇ ਉਹ ਚੰਗੇ ਕਾਰਜ ਕਰਦਾ ਹੈ। ਉਹਨਾਂ ਚੰਗੇ ਕਾਰਜਾਂ ਦੇ ਕਾਰਨ ਉਹ ਸੁਖੀ ਵੀ ਰਹਿੰਦਾ ਹੈ। ਕਈ ਵਾਰ ਹੋ ਜਾਂਦਾ ਹੈ ਕਿ ਉਹਨੂੰ ਦੁਨਿਆਵੀ ਪੱਧਰ ਤੇ ਵੀ ਕਾਫੀ ਸਫਲਤਾ ਮਿਲ ਜਾਂਦੀ ਹੈ, ਤੇ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਦੂਸਰੇ ਲੋਕ ਉਹਦੀ ਰੀਸ ਕਰਨ ਲੱਗਦੇ ਹਨ। ਮੰਨ ਲਓ ਕੋਈ ਨਿਯਮਿਤ ਤੌਰ ਤੇ ਗੁਰੂ ਘਰ ਜਾਂਦਾ ਹੈ, ਗੁਰਬਾਣੀ ਸੁਣਦਾ ਹੈ, ਗੁਰਬਾਣੀ ਪੜ੍ਹਦਾ ਵੀ ਹੈ, ਤੇ ਅਚਾਨਕ ਤੋਂ ਉਹਨੂੰ ਆਪਣੇ ਦੁਨਿਆਵੀ ਜੀਵਨ ਦੇ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਂਦੀ ਹੈ। ਮਾਨਸਿਕ ਤੌਰ ਤੇ ਉਹ ਪਹਿਲਾਂ ਹੀ ਬਹੁਤ ਸਫਲ ਸੀ, ਖੁਸ਼ ਸੀ, ਪਰ ਮਾਨਸਿਕ ਸਥਿਤੀ ਕਿਉਂਕਿ ਕੋਈ ਦੇਖ ਨਹੀਂ ਸਕਦਾ, ਦੁਨਿਆਵੀ ਸਥਿਤੀ ਸਭ ਨੂੰ ਦਿਖਦੀ ਹੈ। ਹੁਣ ਉਹਨੂੰ ਦੁਨਿਆਵੀ ਪੱਧਰ ਤੇ ਵੀ ਸਫਲਤਾ ਮਿਲਣੀ ਸ਼ੁਰੂ ਹੋ ਗਈ ਤਾਂ ਲੋਕਾਂ ਦਾ ਧਿਆਨ ਉਸ ਵੱਲ ਜਾਂਦਾ ਹੈ ਕਿ ਇਹ ਇਨਸਾਨ ਨਿਯਮਿਤ ਤੌਰ ਤੇ ਗੁਰੂ ਘਰ ਜਾਂਦਾ ਸੀ, ਇਹ ਇਨਸਾਨ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਸੀ, ਗੁਰਬਾਣੀ ਸੁਣਦਾ ਵੀ ਸੀ, ਗੁਰਬਾਣੀ ਪੜ੍ਹਦਾ ਵੀ ਸੀ, ਤੇ ਇਹਨੂੰ ਸਫਲਤਾ ਮਿਲ ਗਈ। ਸਾਨੂੰ ਵੀ ਇੰਝ ਹੀ ਕਰਨਾ ਚਾਹੀਦਾ ਹੈ। ਸਾਨੂੰ ਵੀ ਨਿਯਮਿਤ ਤੌਰ ਤੇ ਗੁਰੂ ਘਰ ਜਾਣਾ ਚਾਹੀਦਾ ਹੈ, ਸਾਨੂੰ ਵੀ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਉਹਦੀ ਸਫਲਤਾ ਨੂੰ ਵੇਖ ਕੇ ਦੁਨਿਆਵੀ ਪੱਧਰ ਤੇ ਅਸੀਂ ਰੀਸ ਤੇ ਕਰਨ ਲੱਗ ਜਾਂਦੇ ਹਾਂ, ਪਰ ਜੋ ਅੰਦਰ ਚਿੰਗਾਰੀ ਹੈ ਪ੍ਰਮਾਤਮਾ ਦੇ ਨਾਲ ਮਿਲਾਪ ਦੀ, ਉਹ ਨਹੀਂ ਹੈ। ਹੋ ਸਕਦਾ ਹੈ ਜੇ ਤੁਸੀਂ ਗੁਰਬਾਣੀ ਪੜ੍ਹਨ ਲੱਗ ਜਾਓ, ਗੁਰਬਾਣੀ ਸਮਝਣ ਲੱਗ ਜਾਓ, ਤੇ ਉਹ ਚਿੰਗਾਰੀ ਬਲ ਪਏਗੀ, ਬਲੇਗੀ ਹੀ। ਪਰ ਜੇਕਰ ਤੁਸੀਂ ਸਿਰਫ ਲੋਕ ਦਿਖਾਵੇ ਲਈ, ਸਿਰਫ ਇਸ ਕਰਕੇ ਕਿ ਉਹ ਗੁਰੂ ਘਰ ਜਾਂਦਾ ਸੀ, ਉਹਨੂੰ ਸਫਲਤਾ ਮਿਲੀ ਹੈ, ਸੋ ਮੈਂ ਵੀ ਗੁਰੂ ਘਰ ਜਾਇਆ ਕਰਾਂ, ਜਾ ਕੇ ਗੁਰਬਾਣੀ ਦਾ ਪਾਠ ਸੁਣਦੇ ਹੋ, ਪਾਠ ਕਰਦੇ ਹੋ, ਗੁਰਬਾਣੀ ਨੂੰ ਸਮਝਦੇ ਨਹੀਂ, ਤਾਂ ਤੁਹਾਡੇ ਅੰਦਰ ਪ੍ਰਮਾਤਮਾ ਦੇ ਮਿਲਾਪ ਵਾਲੀ ਚਿੰਗਾਰੀ ਕਦੇ ਪੈਦਾ ਹੀ ਨਹੀਂ ਹੋਣੀ। ਬਾਹਰੋਂ ਤੁਸੀਂ ਰੀਸ ਕਰਦੇ ਰਹੋਗੇ, ਪਰ ਅੰਦਰ ਵਖਰੇਵਾਂ ਰਹੇਗਾ। ਤੁਹਾਡਾ ਅੰਦਰ ਵੱਖ ਹੈ, ਕਿਉਂਕਿ ਪ੍ਰਮਾਤਮਾ ਨੇ ਤੁਹਾਡੇ ਅੰਦਰ ਚਿੰਗਾਰੀ ਪੈਦਾ ਨਹੀਂ ਕੀਤੀ। ਸੋ ਤੁਹਾਨੂੰ ਸਫਲਤਾ ਵੀ ਨਹੀਂ ਮਿਲੇਗੀ, ਬਲਕਿ ਤੁਸੀਂ ਹੋਰ ਜ਼ਿਆਦਾ ਦੁਖੀ ਹੋ ਜਾਓਗੇ। ਤੁਸੀਂ ਈਰਖਾ ਵੀ ਕਰੋਗੇ ਕਿ ਉਹਨੇ ਇਹ ਕੀਤਾ, ਉਹ ਸਫਲ ਹੋ ਗਿਆ, ਮੈਂ ਇਹ ਕਰ ਰਿਹਾ, ਮੈਂ ਕਿਉਂ ਨਹੀਂ ਸਫਲ ਹੋ ਰਿਹਾ। ਤੁਸੀਂ ਈਰਖਾ ਕਰੋਗੇ, ਹੋਰ ਵੀ ਜ਼ਿਆਦਾ ਤੰਗ ਹੋ ਜਾਓਗੇ। ਤੇ ਇਸ ਸਭ ਨੂੰ ਅਸੀਂ ਮੂਰਖਤਾ ਨਹੀਂ ਤੇ ਹੋਰ ਕੀ ਕਵਾਂਗੇ। ਜੇਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੇ, ਜਿਸਨੂੰ ਸਤਿਗੁਰ ਮੇਲੇ ਸੋ ਗੁਣ ਰਵੈ, ਗੁਣ ਆਖ ਵਖਾਣੀ। ਇੱਥੇ ਤੇ ਜਿਸ ਨੂੰ ਸਤਿਗੁਰੂ ਮੇਲਦਾ ਹੈ ਉਹੀ ਉਸ ਪ੍ਰਮਾਤਮਾ ਦੇ ਨਾਲ ਮਿਲਦੀ ਹੈ, ਉਹੀ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਉਚਾਰਨ ਕਰਦੀ ਹੈ, ਹੋਰਨਾਂ ਨੂੰ ਵੀ ਸੁਣਾਉਂਦੀ ਹੈ। ਸੋ ਉਹੀ ਗੱਲ ਜੋ ਹੁਣੇ ਆਪਾਂ ਕਰਕੇ ਹਟੇ ਹਾਂ ਕਿ ਜੇਕਰ ਪ੍ਰਮਾਤਮਾ ਸਾਡੇ ਅੰਦਰ ਉਹ ਚਿੰਗਾਰੀ ਜਗਾਏ ਤਾਂ ਹੀ ਉਹ ਚਿੰਗਾਰੀ ਜਗੇਗੀ, ਨਹੀਂ ਤੇ ਦੁਨਿਆਵੀ ਪੱਧਰ ਤੇ ਰੀਸ ਕਰਨ ਦੇ ਨਾਲ ਉਹ ਚਿੰਗਾਰੀ ਨਹੀਂ ਜਗ ਸਕਦੀ। ਨਾਨਕ ਸੱਚਾ ਸੱਚ ਹੈ, ਬੁੱਝ ਸੱਚ ਸਮਾਣੀ। ਹੇ ਨਾਨਕ, ਪ੍ਰਭੂ ਸਦਾ ਥਿਰ ਰਹਿਣ ਵਾਲਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਕੇ ਉਹ ਜੀਵ ਇਸਤਰੀ ਸੱਚੇ ਪ੍ਰਭੂ ਵਿੱਚ ਲੀਨ ਹੋ ਜਾਂਦੀ ਹੈ। ਇਸ ਗੱਲ ਨੂੰ ਸਮਝਣ ਦੀ ਸਮਝ ਵੀ ਉਸ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਸਾਡੇ ਅੰਦਰ ਪੈਦਾ ਹੁੰਦੀ ਹੈ। ਸ਼ਲੋਕ ਮਹਿਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਪ੍ਰਭੂ ਸੱਚਮੁੱਚ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਮਰ ਹੈ। ਨਿਰੰਜਨ ਭਾਵ ਕਿ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਮਾਇਆ ਤੋਂ ਨਿਰਲੇਪ ਹੈ। ਨਿਰਭਉ ਹੈ, ਨਿਰਵੈਰ ਹੈ,
ਨਿਰੰਕਾਰ ਹੈ, ਉਹਦਾ ਕੋਈ ਆਕਾਰ ਵੀ ਨਹੀਂ ਹੈ। ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿਨ ਲੱਥਾ ਹਉਮੈ ਭਾਰ। ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦਾ ਹਉਮੈ ਵਾਲਾ ਭਾਰ ਉਤਰ ਜਾਂਦਾ ਹੈ, ਹਉਮੈ ਦੂਰ ਹੋ ਜਾਂਦੀ ਹੈ। ਜਿਨ ਗੁਰਮੁਖ ਹਰ ਆਰਾਧਿਆ, ਤਿਨ ਸੰਤ ਜਨਾ ਜੈਕਾਰ। ਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਉਹਨਾਂ ਮਨੁੱਖਾਂ ਨੂੰ ਹੀ ਵਡਿਆਈ ਮਿਲਦੀ ਹੈ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸਨੋਂ ਫਿੱਟ ਫਿੱਟ ਕਹੈ ਸਭ ਸੰਸਾਰ। ਜੇਕਰ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਤਾਂ ਸਾਰਾ ਸੰਸਾਰ ਉਸ ਨੂੰ ਫਿਟਕਾਰਾਂ ਪਾਉਂਦਾ ਹੈ। ਸਤਿਗੁਰ ਵਿੱਚ ਆਪ ਵਰਤਦਾ, ਹਰ ਆਪੇ ਰੱਖਣ ਹਾਰ। ਉਹ ਨਿੰਦਕ ਹਨ ਜੋ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦੇ, ਕਿਉਂਕਿ ਸਤਿਗੁਰੂ ਦੇ ਵਿੱਚ ਪ੍ਰਮਾਤਮਾ ਆਪ ਵਸਦਾ ਹੈ, ਉਹਦੀ ਰੱਖਿਆ ਪ੍ਰਮਾਤਮਾ ਆਪ ਕਰਦਾ ਹੈ। ਇੱਥੋਂ ਫਿਰ ਤੋਂ ਇੱਕ ਗੱਲ ਸਾਬਿਤ ਹੁੰਦੀ ਹੈ ਕਿ ਇੱਥੇ ਗੱਲ ਮਾਨਸਿਕਤਾ ਦੀ ਹੋ ਰਹੀ ਹੈ। ਗੁਰਬਾਣੀ ਦੇ ਵਿੱਚ ਵਾਰ-ਵਾਰ ਅਸੀਂ ਦੇਖਦੇ ਹਾਂ ਮਾਨਸਿਕ ਜੀਵਨ ਦੀ ਗੱਲ ਹੁੰਦੀ ਹੈ, ਆਤਮਿਕ ਜੀਵਨ ਦੀ ਗੱਲ ਹੁੰਦੀ ਹੈ। ਜੇ ਨਾ ਹੋਏ ਸਰੀਰਕ ਪੱਧਰ ਦੀ ਗੱਲ ਹੋ ਰਹੀ ਹੋਏ ਤੇ ਇਹ ਪੰਕਤੀਆਂ ਝੂਠੀਆਂ ਪੈ ਜਾਂਦੀਆਂ ਹਨ, ਕਿਉਂਕਿ ਸਰੀਰਕ ਪੱਧਰ ਤੇ ਗੁਰੂ ਸਾਹਿਬਾਨ ਸਾਡੇ ਵਿੱਚ ਨਹੀਂ ਹਨ। ਉਹਨਾਂ ਨੂੰ ਤਸੀਹੇ ਝੱਲਣੇ ਪਏ, ਉਹਨਾਂ ਨੂੰ ਆਪਣਾ ਜੀਵਨ ਕੌਮ ਤੋਂ ਨਿਸ਼ਾਵਰ ਕਰਨਾ ਪਿਆ। ਸਰੀਰਕ ਪੱਧਰ ਤੇ ਉਹ ਸਾਡੇ ਨਾਲ ਨਹੀਂ ਹਨ, ਸਰੀਰਕ ਪੱਧਰ ਤੇ ਉਹ ਬਚ ਨਹੀਂ ਸਕੇ। ਕਹਿ ਸਕਦੇ ਹਾਂ ਕਿ ਪ੍ਰਮਾਤਮਾ ਵੀ ਉਹਨਾਂ ਦੀ ਰੱਖਿਆ ਨਹੀਂ ਕਰ ਸਕਿਆ। ਇਹ ਪੰਕਤੀਆਂ ਝੂਠੀਆਂ ਪੈ ਜਾਂਦੀਆਂ ਹਨ, ਪਰ ਕਿਉਂਕਿ ਗੱਲ ਮਾਨਸਿਕ ਆਤਮਿਕ ਪੱਧਰ ਦੀ ਹੋ ਰਹੀ ਹੈ ਤਾਂ ਆਤਮਿਕ ਪੱਧਰ ਤੇ ਗੁਰੂ ਸਾਹਿਬ ਨੂੰ ਕੋਈ ਖਤਮ ਨਹੀਂ ਕਰ ਸਕਿਆ। ਉਹਨਾਂ ਦੀ ਮਾਨਸਿਕਤਾ, ਉਹਨਾਂ ਦੀ ਆਤਮਾ ਇਸ ਗੁਰਬਾਣੀ ਦੇ ਰਾਹੀਂ ਵੀ ਸਾਡੇ ਵਿੱਚ ਅੱਜ ਵੀ ਮੌਜੂਦ ਹੈ। ਤੇ ਜਦੋਂ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਸਰੀਰ ਖਤਮ ਹੋ ਰਿਹਾ ਸੀ ਪਰ ਆਤਮਾ ਤੇ ਕੋਈ ਅਸਰ ਨਹੀਂ ਸੀ। ਆਤਮਾ ਦੀ ਰੱਖਿਆ ਉਹ ਪਰਮਾਤਮਾ ਕਰ ਰਿਹਾ ਸੀ। ਉਹਨਾਂ ਦੇ ਚਿਹਰਿਆਂ ਤੇ ਕੋਈ ਡਰ ਨਾ ਹੋਣਾ, ਆਪਣੇ ਜੀਵਨ ਨੂੰ ਗਵਾ ਲੈਣ ਦਾ ਕੋਈ ਦੁੱਖ ਨਾ ਹੋਣਾ, ਆਪਣੇ ਪਰਿਵਾਰ ਨੂੰ ਗਵਾ ਲੈਣ ਦਾ ਕੋਈ ਦੁੱਖ ਨਾ ਹੋਣਾ, ਇਸ ਗੱਲ ਦੀ ਨਿਸ਼ਾਨੀ ਸੀ ਕਿ ਪ੍ਰਮਾਤਮਾ ਉਹਨਾਂ ਦੇ ਆਤਮਿਕ ਜੀਵਨ ਦੀ ਰੱਖਿਆ ਕਰ ਰਿਹਾ ਸੀ। ਪ੍ਰਭੂ ਆਪ ਉਹਨਾਂ ਦੇ ਨਾਲ ਸੀ। ਸਤਿਗੁਰੂ ਵਿੱਚ ਆਪ ਵਰਤਦਾ, ਹਰ ਆਪੇ ਰੱਖਣ ਹਾਰ। ਧੰਨ ਧੰਨ ਗੁਰੂ ਗੁਣ ਗਾਵਦਾ, ਤਿਸਨੋਂ ਸਦਾ ਸਦਾ ਨਮਸਕਾਰ। ਧੰਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ, ਉਸ ਦੇ ਅੱਗੇ ਸਦਾ ਹੀ ਸਿਰ ਨਿਵਾਉਣਾ ਚਾਹੀਦਾ ਹੈ। ਜਨ ਨਾਨਕ ਤਿਨ ਕਉ ਵਾਰਿਆ, ਜਿਨ ਜਪਿਆ ਸਿਰਜਨਹਾਰ। ਹੇ ਨਾਨਕ, ਮੈਂ ਸਦਕੇ ਹਾਂ ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਨਹਾਰ ਨੂੰ ਆਰਾਧਿਆ ਹੈ। ਮਹਿਲਾ ਚੌਥਾ। ਆਪੇ ਧਰਤੀ ਸਾਜੀਅਨ, ਆਪੇ ਆਕਾਸ਼ ਵਿੱਚ ਆਪੇ ਜੰਤ ਉਪਾਇਨ, ਮੁਖ ਆਪੇ ਦੇ ਗਿਰਾਸ। ਉਸ ਪ੍ਰਮਾਤਮਾ ਨੇ ਆਪ ਹੀ ਧਰਤੀ ਸਾਜੀ, ਆਪ ਹੀ ਆਕਾਸ਼ ਸਾਜਿਆ। ਧਰਤੀ ਤੇ ਆਪ ਹੀ ਜੀ ਜੰਤ ਪੈਦਾ ਕੀਤੇ ਤੇ ਆਪ ਹੀ ਉਹਨਾਂ ਜੀਵਾਂ ਦੇ ਮੂੰਹ ਵਿੱਚ ਗਰਾਹੀ ਦਿੰਦਾ ਹੈ, ਭਾਵ ਕਿ ਉਹਨਾਂ ਜੀਵਾਂ ਦੇ ਲਈ ਲੋੜੀਂਦਾ ਭੋਜਨ ਪੈਦਾ ਕੀਤਾ। ਠੀਕ ਹੈ, ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ, ਮਨੁੱਖ ਆਪਣਾ ਭੋਜਨ ਉਗਾਉਣ ਜੋਗਾ ਹੋ ਗਿਆ ਹੈ, ਪਰ ਉਸ ਨੂੰ ਇਹ ਸਾਰੀ ਸਮਝ ਵੀ ਉਸ ਪਰਮਾਤਮਾ ਨੇ ਹੀ ਬਖਸ਼ੀ ਹੈ। ਜੇਕਰ ਅਸੀਂ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਮਨੁੱਖ ਇੱਕ ਬਹੁਤ ਛੋਟਾ ਜਿਹਾ ਹਿੱਸਾ ਬਣਦਾ ਹੈ। ਅਨੇਕਾਂ ਜੀਵ ਹਨ, ਇੰਨੇ ਹਨ ਅਸੀਂ ਗਿਣ ਵੀ ਨਹੀਂ ਸਕਦੇ। ਵਿਗਿਆਨ ਕੋਲ ਅੰਦਾਜ਼ਾ ਹੋਏਗਾ ਕਿ ਕਿੰਨੇ ਕੁ ਪ੍ਰਕਾਰ ਦੇ ਜੀਵ ਧਰਤੀ ਤੇ ਮੌਜੂਦ ਹਨ, ਪਰ ਪੱਕੀ ਗਿਣਤੀ ਨਹੀਂ ਹੋਏਗੀ, ਹੋ ਹੀ ਨਹੀਂ ਸਕਦੀ। ਕੀ ਪਤਾ ਕਿੰਨੇ ਨਵੇਂ ਜੀਵ ਪੈਦਾ ਹੋ ਰਹੇ ਨੇ, ਕਿੰਨੀਆਂ ਜੀਵਾਂ ਦੀਆਂ ਪ੍ਰਜਾਤੀਆਂ ਖਤਮ ਹੋ ਰਹੀਆਂ ਨੇ, ਕੋਈ ਨਹੀਂ ਜਾਣਦਾ। ਪਰ ਇੰਨੇ ਸਾਰੇ ਜੀਵਾਂ ਦੇ ਲਈ ਖਾਣੇ ਦਾ ਪ੍ਰਬੰਧ ਹੈ। ਸਮੁੰਦਰਾਂ ਦੇ ਵਿੱਚ ਅਨੇਕਾਂ ਜੀਵ ਹਨ, ਉੱਥੇ ਕੋਈ ਖਾਣਾ ਉਗਾਉਣ ਨਹੀਂ ਜਾਂਦਾ। ਸਮੁੰਦਰੀ ਜੀਵ ਜੋ ਹਨ ਉਹ ਆਪਣਾ ਖਾਣਾ ਉਗਾਉਂਦੇ ਨਹੀਂ, ਉਹਨਾਂ ਦੇ ਲਈ ਖਾਣਾ ਪ੍ਰਮਾਤਮਾ ਨੇ ਹੀ ਤਿਆਰ ਬਖਸ਼ਿਆ ਹੈ। ਬੇਸ਼ੱਕ ਉਹ ਇੱਕ ਦੂਜੇ ਨੂੰ ਹੀ ਖਾ ਜਾਂਦੇ ਹਨ। ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਹਨ, ਛੋਟੀਆਂ ਮੱਛੀਆਂ ਉਹ ਤੋਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਹਨ। ਇਸੇ ਪ੍ਰਕਾਰ ਹੀ ਉਹਨਾਂ ਦਾ ਭੋਜਨ ਦਾ ਜੋ ਸਰਕਲ ਹੈ, ਜੋ ਚੱਕਰ ਹੈ, ਉਹ ਚੱਲਦਾ ਰਹਿੰਦਾ ਹੈ, ਖਤਮ ਨਹੀਂ ਹੁੰਦਾ ਕਦੇ ਕੁਝ।
ਇਨਸਾਨ ਦੀ ਵੀ ਜਿੱਥੋਂ ਤੱਕ ਗੱਲ ਹੈ, ਇਨਸਾਨ ਮਿਹਨਤ ਕਰਦਾ ਹੈ, ਭੋਜਨ ਉਗਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਜਿਸ ਪ੍ਰਕਾਰ ਆਪਾਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਉਹ ਉੱਗੇਗਾ ਨਹੀਂ ਉੱਗੇਗਾ, ਉਹਨੂੰ ਫਲ ਲੱਗੇਗਾ ਨਹੀਂ ਲੱਗੇਗਾ, ਇਹ ਇਨਸਾਨ ਦੇ ਹੱਥ ਵਿੱਚ ਨਹੀਂ ਹੈ, ਇਹ ਪ੍ਰਮਾਤਮਾ ਹੀ ਨਿਰਧਾਰਿਤ ਕਰਦਾ ਹੈ। ਕਣਕ ਉੱਗੇਗੀ ਨਹੀਂ ਉੱਗੇਗੀ, ਉਹਨੂੰ ਬੱਲੀਆਂ ਲੱਗਣਗੀਆਂ ਨਹੀਂ ਲੱਗਣਗੀਆਂ, ਜਦ ਲੱਗ ਗਈਆਂ ਤਾਂ ਇਨਸਾਨ ਉਹਨਾਂ 'ਚੋਂ ਦਾਣੇ ਕੱਢ ਲਏਗਾ, ਪਰ ਉਹ ਦਾਣੇ ਬਣਨੇ ਨੇ ਕਿ ਨਹੀਂ ਬਣਨੇ, ਇਹ ਪ੍ਰਮਾਤਮਾ ਨਿਰਧਾਰਿਤ ਕਰਦਾ ਹੈ। ਇਸ ਕਰਕੇ ਇਹ ਕਹਿਣਾ ਜਾਇਜ਼ ਹੈ, ਵਿੱਚ ਆਪੇ ਜੰਤ ਉਪਾਇਨ, ਮੁਖ ਆਪੇ ਦੇ ਗਰਾਸ। ਆਪੇ ਹੀ ਸਭਨਾਂ ਨੂੰ ਭੋਜਨ ਬਖਸ਼ਦਾ ਹੈ, ਸਭ ਆਪੇ ਆਪ ਵਰਤਦਾ, ਆਪੇ ਹੀ ਗੁਣਤਾਸ। ਉਹ ਪ੍ਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਆਪ ਹੀ ਸਭ ਜੀਆਂ ਦੇ ਅੰਦਰ ਵਿਆਪਕ ਹੈ। ਜਨ ਨਾਨਕ ਨਾਮ ਧਿਆਏ ਤੂੰ, ਸਭ ਕਿਲਵਿਕ ਕੱਟੇ ਤਾਸ। ਹੇ ਦਾਸ ਨਾਨਕ, ਤੂੰ ਪ੍ਰਭੂ ਦਾ ਨਾਮ ਜਪ, ਜਿਸਨੇ ਜਪਿਆ ਹੈ ਉਹਦੇ ਸਾਰੇ ਪਾਪ ਪ੍ਰਭੂ ਦੂਰ ਕਰਦਾ ਹੈ। ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵੈ। ਹੇ ਹਰੀ, ਤੂੰ ਸੱਚਾ ਤੇ ਥਿਰ ਰਹਿਣ ਵਾਲਾ ਮਾਲਕ ਹੈ, ਤੈਨੂੰ ਸੱਚ ਹੀ ਪਿਆਰਾ ਲੱਗਦਾ ਹੈ। ਜੋ ਤੁਧ ਸੱਚ ਸਲਾਹ ਦੇ, ਤਿਨ ਜਮ ਕੰਕਰ ਨੇੜ ਨਾ ਆਵੈ। ਹੇ ਸੱਚੇ ਪ੍ਰਮਾਤਮਾ, ਜਿਹੜੇ ਜੀਵ ਤੇਰੀ ਸਿਫਤ ਸਲਾਹ ਕਰਦੇ ਹਨ, ਜੋ ਤੁਧ ਸੱਚ ਸਲਾਹ ਦੇ, ਤਿਨ ਜਮ ਕੰਕਰ ਨੇੜ ਨਾ ਆਵੈ, ਜਮਦੂਤ ਉਹਨਾਂ ਦੇ ਨੇੜੇ ਨਹੀਂ ਟੁੱਕਦਾ। ਫਿਰ ਤੋਂ ਆਤਮਕ ਮੌਤ ਦੀ ਗੱਲ ਹੋ ਰਹੀ ਹੈ। ਆਤਮਕ ਮੌਤ ਲੈ ਕੇ ਆਉਣ ਵਾਲੇ ਜਮਦੂਤ ਦੀ ਗੱਲ ਹੋ ਰਹੀ ਹੈ, ਕਿਉਂਕਿ ਇਹ ਤੇ ਹੋ ਨਹੀਂ ਸਕਦਾ ਕਿ ਕੋਈ ਜੀਵ ਜਨਮਿਆ ਹੈ ਤੇ ਮਰੇ ਨਾ। ਜੋ ਜਨਮਿਆ ਹੈ ਉਹਨੇ ਮਰਨਾ ਵੀ ਹੈ। ਸਰੀਰਕ ਤੌਰ ਤੇ ਮੌਤ ਤੇ ਇੱਕ ਦਿਨ ਆਣੀ ਹੀ ਹੈ, ਪਰ ਜੋ ਆਤਮਕ ਮੌਤ ਹੈ, ਜੋ ਜੀਵ ਜਿਉਂਦਾ ਹੋਇਆ ਹੀ ਮਰਿਆ ਰਹਿੰਦਾ ਹੈ, ਪ੍ਰਮਾਤਮਾ ਵੱਲੋਂ ਟੁੱਟਿਆ ਰਹਿੰਦਾ ਹੈ, ਗਵਾਂ ਝੋਰਿਆਂ ਦੇ ਵਿੱਚ ਘਿਰਿਆ ਰਹਿੰਦਾ ਹੈ, ਉਹ ਚੀਜ਼ ਨਹੀਂ ਹੁੰਦੀ। ਜੋ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਉਹ ਆਤਮਕ ਮੌਤ ਲੈ ਕੇ ਆਉਣ ਵਾਲੇ ਜਮਦੂਤ ਤੋਂ ਬਚੇ ਰਹਿੰਦੇ ਹਨ। ਤਿਨਕੇ ਮੁਖ ਦਰ ਉਜਲੇ, ਜਿਨ ਹਰ ਹਿਰਦਾ ਸੱਚਾ ਭਾਵੈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਉਹ ਸੱਚਾ ਪ੍ਰਭੂ ਭਾਉਂਦਾ ਹੈ, ਪਿਆਰਾ ਲੱਗਦਾ ਹੈ, ਪ੍ਰਮਾਤਮਾ ਦੀ ਦਰਗਾਹ ਤੇ ਉਹਨਾਂ ਦੇ ਮੁਖ ਉਜਲੇ ਹੁੰਦੇ ਹਨ। ਕੁੜਿਆਰ ਪਿਸ਼ਾਹਾਂ ਸੱਟੀਆਂ, ਕੂੜ ਹਿਰਦੈ ਕਪਟ ਮਹਾਂ ਦੁੱਖ ਪਾਵੈ। ਜਦੋਂ ਹਿਰਦਿਆਂ ਦੇ ਵਿੱਚ ਕੂੜ ਹੋਵੇ, ਝੂਠ ਹੋਵੇ, ਤਾਂ ਮਹਾਂ ਦੁੱਖ ਹੀ ਖੱਟੇ ਜਾਂਦੇ ਹਨ। ਜੀਵਨ ਸੁਖਾਲਾ ਨਹੀਂ ਹੋ ਸਕਦਾ। ਜਦੋਂ ਅਸੀਂ ਆਪਣੇ ਦਿਲ ਦੇ ਵਿੱਚ ਮਾੜੀਆਂ ਭਾਵਨਾਵਾਂ ਲੈ ਕੇ ਚੱਲਾਂਗੇ, ਤਾਂ ਸਾਡੇ ਜੀਵਨ ਦੇ ਵਿੱਚ ਮਾੜੀਆਂ ਘਟਨਾਵਾਂ ਵੀ ਹੋਣਗੀਆਂ। ਉਹ ਘਟਨਾਵਾਂ ਜਿਹੜੀਆਂ ਸਾਡੇ ਮਾਨਸਿਕ ਜੀਵਨ ਨੂੰ, ਆਤਮਿਕ ਜੀਵਨ ਨੂੰ ਜ਼ਖਮੀ ਕਰਨਗੀਆਂ। ਸੋ ਹਿਰਦਿਆਂ ਦੇ ਵਿੱਚ ਕੂੜ ਹੋਵੇ ਤੇ ਮਹਾਂ ਦੁੱਖ ਪਾਇਆ ਜਾਂਦਾ ਹੈ। ਤੇ ਇਹ ਜੋ ਕੁੜਿਆਰ ਹਨ, ਕੁੜਿਆਰ ਤੋਂ ਭਾਵ ਉਹ ਜੀਵ ਜਿਹਨੇ ਆਪਣੇ ਹਿਰਦੇ ਦੇ ਵਿੱਚ ਕੂੜ ਰੱਖਿਆ ਹੋਇਆ ਹੈ, ਉਹ ਕੁੜਿਆਰ ਪਿੱਛੇ ਸਿੱਟੇ ਜਾਂਦੇ ਹਨ। ਪ੍ਰਮਾਤਮਾ ਦੇ ਵੱਲ ਜਾਂਦੇ ਰਾਹ ਤੇ ਉਹਨਾਂ ਨੂੰ ਪਿੱਛੇ ਛੱਡ ਦਿੱਤਾ ਜਾਂਦਾ ਹੈ। ਮੂੰਹ ਕਾਲੇ ਕੁੜਿਆਰੀਆਂ, ਕੁੜਿਆਰ ਕੂੜੋ ਹੋਏ ਜਾਵੇ। ਪ੍ਰਮਾਤਮਾ ਦੀ ਦਰਗਾਹ ਤੇ ਕੁੜਿਆਰਾਂ ਦੇ ਮੂੰਹ ਕਾਲੇ ਹੁੰਦੇ ਹਨ, ਕਿਉਂਕਿ ਕੁੜਿਆਰ ਜੋ ਹੈ ਉਹ ਕੂੜਾ ਹੀ ਹੋ ਜਾਂਦਾ ਹੈ। ਜਿਸ ਨੇ ਆਪਣੇ ਦਿਲ ਵਿੱਚ ਕੂੜਾ ਰੱਖਿਆ ਹੈ, ਉਹ ਖੁਦ ਵੀ ਕੂੜਾ ਹੋ ਜਾਂਦਾ ਹੈ। ਜਿਹਨੇ ਦਿਲ ਵਿੱਚ ਝੂਠ ਰੱਖਿਆ ਹੈ, ਉਹ ਖੁਦ ਵੀ ਝੂਠਾ ਹੋ ਜਾਂਦਾ ਹੈ। ਸ਼ਲੋਕ ਮਹਿਲਾ ਚੌਥਾ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜੇਹਾ ਕੋ ਬੀਜੇ, ਤੇਹਾ ਫਲ ਪਾਏ। ਗੁਰੂ ਜੀ ਕਹਿੰਦੇ ਕਿ ਸਤਿਗੁਰੂ ਵੀ ਧਰਤੀ ਵਾਂਗ ਹੈ। ਜਿਸ ਪ੍ਰਕਾਰ ਧਰਤੀ ਦੇ ਵਿੱਚ ਅਸੀਂ ਜੋ ਬੀਜਦੇ ਹਾਂ, ਉਹ ਅਸੀਂ ਵੱਢਦੇ ਹਾਂ, ਉਹੀ ਫਸਲ ਉੱਗਦੀ ਹੈ। ਇਹ ਨਹੀਂ ਹੁੰਦਾ ਕਿ ਝੋਨਾ ਬੀਜੀਏ ਤੇ ਕਣਕ ਉੱਗ ਆਵੇ। ਕਣਕ ਉਗਾਵਾਂਗੇ ਤੇ ਕਣਕ ਹੀ ਉੱਗੇਗੀ, ਝੋਨਾ ਉਗਾਵਾਂਗੇ ਤੇ ਝੋਨਾ ਹੀ ਉੱਗੇਗਾ। ਸੋ ਜਿਵੇਂ ਧਰਤੀ ਦੇ ਵਿੱਚ ਜਿਹੋ ਜਿਹਾ ਬੀਜ ਪਾਉਂਦੇ ਹਾਂ, ਉਹੋ ਜਿਹੀ ਫਸਲ ਉੱਗ ਪੈਂਦੀ ਹੈ। ਉਸੇ ਪ੍ਰਕਾਰ ਹੀ ਸਤਿਗੁਰੂ ਹੈ। ਸਤਿਗੁਰੂ ਦੇ ਪਾਸ ਅਸੀਂ ਜਿਸ ਪ੍ਰਕਾਰ ਦੀ ਭਾਵਨਾ ਲੈ ਕੇ ਜਾਂਦੇ ਹਾਂ, ਉਹੋ ਜਿਹਾ ਹੀ ਫਲ ਪ੍ਰਾਪਤ ਕਰਦੇ ਹਾਂ। ਗੁਰਸਿੱਖੀ
ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ। ਜੋ ਗੁਰਸਿੱਖ ਹਨ ਉਹ ਨਾਮ ਅੰਮ੍ਰਿਤ ਬੀਜਦੇ ਹਨ ਤੇ ਉਹਦਾ ਫਲ ਉਹਨਾਂ ਨੂੰ ਅੰਮ੍ਰਿਤ ਰੂਪ ਹੀ ਮਿਲਦਾ ਹੈ, ਪ੍ਰਮਾਤਮਾ ਦੇ ਨਾਮ ਰੂਪ ਹੀ ਮਿਲਦਾ ਹੈ। ਉਹਨਾਂ ਹਲਤ ਪਲਤ ਮੁਖ ਉਜਲੇ, ਓਏ ਹਰ ਦਰਗਾਹ ਸੱਚੀ ਪਹਿਨਾਏ। ਪਹਿਨਾਏ ਤੋਂ ਭਾਵ ਮੰਨੇ ਜਾਣਾ, ਆਦਰ ਦਿੱਤਾ ਜਾਣਾ। ਜੋ ਗੁਰਸਿੱਖ ਹਨ ਉਹ ਇਸ ਸੰਸਾਰ ਵਿੱਚ ਵੀ ਤੇ ਅਗਲੇ ਜਹਾਨ ਵਿੱਚ ਵੀ ਸੁਰਖਰੂ ਹੁੰਦੇ ਹਨ। ਸੋ ਇੱਥੇ ਸਪਸ਼ਟ ਤੌਰ ਤੇ ਅਗਲੇ ਜਹਾਨ ਦੀ ਗੱਲ ਹੋਈ ਹੈ ਤੇ ਅਗਲੇ ਜਹਾਨ ਤੋਂ ਸਾਡੀ ਸਰੀਰਕ ਮੌਤ ਤੋਂ ਅੱਗੇ ਦਾ ਸਮਾਂ ਸਮਝਿਆ ਜਾਣਾ ਸੁਭਾਵਿਕ ਹੈ। ਉਂਝ ਹਲਤ ਪਲਤ ਜੋ ਸ਼ਬਦ ਹਨ ਇਹਨਾਂ ਦੇ ਅਰਥ ਇਹ ਵੀ ਬਣਦੇ ਹਨ, ਹਲਤ ਜਦੋਂ ਸਾਡਾ ਜੀਵਨ ਸੁਖਾਲਾ ਹੈ ਤੇ ਪਲਤ ਜਦੋਂ ਸਾਡਾ ਜੀਵਨ ਸੁਖਾਲਾ ਨਹੀਂ ਹੈ। ਦੋਨਾਂ ਹੀ ਹਾਲਾਤਾਂ ਦੇ ਵਿੱਚ ਮੁੱਖ ਉਜਲੇ ਹੋਣ ਤੋਂ ਭਾਵ ਕਿ ਭਾਵੇਂ ਜੀਵਨ ਸੁਖਾਲਾ ਹੋਵੇ ਭਾਵੇਂ ਕਠਿਨ ਹੋਵੇ, ਅਸੀਂ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੇ ਹਾਂ ਜਾਂ ਗੁਰਸਿੱਖ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੇ ਹਨ। ਤੇ ਦੂਸਰਾ ਭਾਵ ਇਹ ਕਿ ਇਹ ਜੀਵਨ ਵੀ ਚੜ੍ਹਦੀ ਕਲਾ ਦੇ ਵਿੱਚ ਬਿਤਾਉਂਦੇ ਹਨ ਤੇ ਇਸ ਤੋਂ ਅੱਗੇ ਜੋ ਜੀਵਨ ਚੱਲ ਰਿਹਾ ਹੈ ਇਹਦੀ ਸਮਾਪਤੀ ਤੋਂ ਅੱਗੇ ਜਦੋਂ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾਣਾ ਹੈ, ਲੇਖਾ ਜੋਖਾ ਹੋਣਾ ਹੈ, ਉੱਥੇ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਨ। ਪ੍ਰਮਾਤਮਾ ਦੀ ਦਰਗਾਹ ਤੇ ਉਹਨਾਂ ਦਾ ਆਦਰ ਹੁੰਦਾ ਹੈ। ਹਰ ਦਰਗਾਹ ਸੱਚੀ ਪਹਿਨਾਏ। ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵੈ, ਉਹ ਜੇਹਾ ਬੀਜੇ ਤੇਹਾ ਫਲ ਖਾਏ। ਕਈ ਜੀਵ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਖੋਟ ਹੋਣ ਕਰਕੇ ਉਹ ਸਦਾ ਖੋਟੇ ਕਰਮ ਹੀ ਕਰਦੇ ਹਨ ਤੇ ਫਿਰ ਇਹ ਜੀਵ ਵੀ ਜਿਹੋ ਜਿਹਾ ਬੀਜਦੇ ਹਨ ਉਹੋ ਜਿਹਾ ਹੀ ਫਲ ਪ੍ਰਾਪਤ ਕਰਦੇ ਹਨ। ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ, ਸੁਆਬ ਗੀਰ ਸਭ ਉਗੜ ਆਏ। ਸੁਆਬ ਗੀਰ ਤੋਂ ਭਾਵ ਸੁਆਰਥ ਨੂੰ ਫੜਨ ਵਾਲੇ ਮਨੁੱਖ, ਉਹ ਮਨੁੱਖ, ਉਹ ਜੀਵ ਜਿਨ੍ਹਾਂ ਦੇ ਹਿਰਦਿਆਂ ਵਿੱਚ ਸਵਾਰਥ ਹੈ। ਕਹਿੰਦੇ ਜਦੋਂ ਸਤਿਗੁਰੂ ਗਹੁ ਨਾਲ ਤੱਕਦਾ ਹੈ, ਪਰਖਦਾ ਹੈ, ਤਾਂ ਜੋ ਖੁਦਗਰਜ਼ ਹਨ, ਜੋ ਸੁਆਬਗੀਰ ਹਨ, ਉਹ ਪ੍ਰਗਟ ਹੋ ਜਾਂਦੇ ਹਨ, ਲੁਕੇ ਨਹੀਂ ਰਹਿ ਸਕਦੇ। ਓਏ ਜੇਹਾ ਚਿਤਵੈ ਨਿਤ ਤੇਹਾ ਪਾਇਨ, ਓਏ ਤਿਹੋ ਜਿਹੇ ਦਏ ਵਜਾਏ। ਜਿਹੋ ਜਿਹੀ ਉਹਨਾਂ ਦੇ ਹਿਰਦੇ ਦੀ ਭਾਵਨਾ ਹੁੰਦੀ ਹੈ, ਜਿਹੋ ਜਿਹਾ ਉਹਨਾਂ ਨੇ ਆਪਣੇ ਅੰਦਰ ਚਿਤਵਿਆ ਹੁੰਦਾ ਹੈ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ ਤੇ ਖਸਮ ਪ੍ਰਭੂ ਦੇ ਰਾਹੀਂ ਉਹ ਉਸੇ ਤਰ੍ਹਾਂ ਨਸ਼ਰ ਕਰ ਦਿੱਤੇ ਜਾਂਦੇ ਹਨ। ਨਾਨਕ ਤੂੰ ਹੀ ਸਿਰੀ ਖਸਮ ਆਪੇ ਵਰਤੈ, ਨਿਤ ਕਰ ਕਰ ਦੇਖੈ ਚਲਤ ਸਵਾਏ। ਹੇ ਨਾਨਕ, ਦੋਹਾਂ ਹੀ ਸਿਰਿਆਂ ਤੇ ਉਹ ਪ੍ਰਮਾਤਮਾ ਆਪ ਵਸ ਰਿਹਾ ਹੈ। ਗੁਰਸਿੱਖਾਂ ਦੇ ਵਿੱਚ ਵੀ ਪ੍ਰਮਾਤਮਾ ਆਪ ਵਰਤਦਾ ਹੈ, ਸੁਆਬਗੀਰਾਂ ਦੇ ਵਿੱਚ ਵੀ ਪ੍ਰਮਾਤਮਾ ਆਪ ਹੀ ਵਰਤਦਾ ਹੈ। ਇਹ ਉਹਦੇ ਚਲਿੱਤਰ ਨੇ, ਉਹਦੇ ਕੌਤਕ ਨੇ ਜੋ ਉਹ ਕਰ ਕਰ ਵੇਖਦਾ ਹੈ। ਕਰ ਕਰ ਦੇਖੈ ਚਲਤ ਸਬਾਏ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 302ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਦੁਆਰਾ ਲਿਖੀ ਗਈ ਬਾਣੀ ਆਪਾਂ ਨੇ ਪੜ੍ਹੀ। ਇੱਕ ਗੱਲ ਕਾਫੀ ਉੱਘੜ ਕੇ ਸਾਹਮਣੇ ਆਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਾਨਸਿਕ ਜੀਵਨ ਦੀ ਗੱਲ ਹੋਈ ਹੈ, ਸਰੀਰਕ ਜੀਵਨ ਦੀ ਗੱਲ ਨਹੀਂ ਹੋਈ ਹੈ। ਜੋ ਕੁਝ ਵੀ ਸਿੱਖਿਆਵਾਂ ਹਨ ਅਸੀਂ ਆਪਣੇ ਮਾਨਸਿਕ ਜੀਵਨ ਤੇ ਲਾਗੂ ਕਰਨੀਆਂ ਹਨ। ਪਰਮਾਤਮਾ ਦਾ ਨਾਮ ਜਪਣਾ ਹੈ ਤਾਂ ਮਨ ਤੋਂ ਜਪਣਾ ਹੈ, ਸਿਰਫ ਸਰੀਰ ਤੋਂ ਨਹੀਂ। ਇਹ ਨਹੀਂ ਹੋਣਾ ਕਿ ਮੁਖ ਤੋਂ ਪ੍ਰਮਾਤਮਾ ਦਾ ਨਾਮ ਜਪ ਰਹੇ ਹਾਂ, ਅਸੀਂ ਕਹਿ ਰਹੇ ਹਾਂ ਕਿ ਪ੍ਰਮਾਤਮਾ ਤੋਂ ਵੱਡਾ ਹੈ, ਬਹੁਤ ਵਿਸ਼ਾਲ ਹੈ, ਬਹੁਤ ਤਾਕਤਵਰ ਹੈ, ਤੇ ਮਨ ਦੇ ਵਿੱਚ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ। ਇਹ ਨਹੀਂ ਹੋਣਾ ਚਾਹੀਦਾ। ਮਾਨਸਿਕ ਜੀਵਨ ਦੀ ਗੱਲ ਹੋਈ ਹੈ ਤੇ ਮਾਨਸਿਕ ਪੱਧਰ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਲਾਗੂ ਕਰਨਾ ਹੈ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।